ਵਾਹਿਗੁਰੂ ਗਿਆਨ ਧਿਆਨ ਕਿਛ ਕਰਮ ਨਾ ਜਾਨਾ, ਡਾਹਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਅਗੰਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੋਲਾਇਆ ਤੇਰਾ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ, ਮਹੱਲਾ ਪੰਜਵਾ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਇ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਇ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਰਹਾਉ ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਅਪਾਰ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ।
ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਸ਼ੋ ਤੂਰ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਸ਼ੋ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਬਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵਡ ਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾ ਰਹੇ ਸੀ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁਖ ਵਾਕ ਸਾਡੇ ਸਾਰਿਆਂ ਉੱਤੇ ਬਖਸ਼ਿਸ਼ ਕੀਤੀ ਹੈ, ਪਾਵਨ ਸ਼ਬਦ ਤਿਲੰਗ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 723 ਅਤੇ 24 ਤੇ ਸੁਭਾਈਮਾਨ ਹੈ। ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਜੋ ਜੀਵਨ ਜੁਗਤ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਸਾਡੇ ਸਾਰਿਆਂ ਉੱਤੇ ਬਖਸ਼ਿਸ਼ ਕਰ ਰਹੇ ਨੇ, ਤਿਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਸਤਸੰਗੀ ਗੁਰੂ ਸੰਗਤ ਵਿੱਚ ਜੁੜੇ ਹੋ ਜਾਂ ਆਪਣੇ ਘਰਾਂ ਦੇ ਅੰਦਰ ਦੇਸ਼ ਵਿਦੇਸ਼ ਦੇ ਵਿੱਚ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਪਾਵਨ ਸ਼ਬਦ ਦੇ ਅੰਦਰ ਕੇਂਦਰੀ ਭਾਵ
ਜਿਹੜਾ ਰਹਾਉ ਦੇ ਬੰਦ ਵਿੱਚ ਦਿੱਤਾ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਸਭ ਉਪਰ ਪਾਰ ਬ੍ਰਹਮ ਦਾਤਾਰ। ਦਾਤਾਰ ਤੋਂ ਭਾਵ ਹੈ ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਦਾਤੇ ਦੁਨੀਆ ਦੇ ਅੰਦਰ ਬੜੇ ਮਿਲ ਜਾਣਗੇ, ਪਰ ਹਰ ਥਾਂ ਹਰ ਸਮੇਂ ਹਰ ਇੱਕ ਨੂੰ ਦੇਣ ਵਾਲਾ ਕੇਵਲ ਤੇ ਕੇਵਲ ਵਾਹਿਗੁਰੂ ਪਰਮਾਤਮਾ ਹੈ। ਵਾਹਿਗੁਰੂ ਕੋਲੋਂ ਦਾਤਾਂ ਪ੍ਰਾਪਤ ਕਰਕੇ ਬਹੁਤ ਸਾਰੇ ਦਾਤੇ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਅਖਵਾਉਂਦੇ ਨੇ, ਪਰ ਸਹੀ ਮਾਇਨਿਆਂ ਦੇ ਵਿੱਚ ਜਿਹੜਾ ਹਰ ਸਮੇਂ ਹਰ ਥਾਂ ਹਰ ਇੱਕ ਨੂੰ ਦਿੰਦਾ ਹੈ, ਉਹ ਦਾਤਾ ਕੇਵਲ ਤੇ ਕੇਵਲ ਵਾਹਿਗੁਰੂ ਪਰਮਾਤਮਾ ਹੈ। ਦੁਨਿਆਵੀ ਦਾਤੇ ਕਈ ਵਾਰੀ ਆਪਣੀ ਮਜਬੂਰੀ ਜ਼ਾਹਰ ਕਰਦੇ ਨੇ ਕਿ ਮੈਂ ਅੱਜ ਦੇਣ ਦੀ ਸਮਰੱਥਾ ਵਿੱਚ ਨਹੀਂ, ਕੱਲ ਨੂੰ ਲੈ ਲਵਾਂ। ਪਰ ਉਸ ਵਾਹਿਗੁਰੂ ਪਰਮਾਤਮਾ ਬਾਰੇ ਆਪਾਂ ਪੜ੍ਹਦੇ ਹਾਂ, ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੇ ਤੂੰ ਕਦ ਕਾ। ਬ੍ਰਹਮਾ ਵਿਸ਼ਨ ਸਿਰੇ ਤੈ ਅਗੰਤ, ਤਿਨ ਕੋ ਮੋਹ ਭਇਆ ਮਨ ਮਦ ਕਾ। 84 ਲੱਖ ਜੋਨ ਉਪਾਈ, ਰਿਜਕ ਦਿਆ ਸਭਹੁ ਕੋ ਤਦ ਕਾ। ਜਦੋਂ ਦੀ ਵਾਹਿਗੁਰੂ ਪਰਮਾਤਮਾ ਨੇ ਇਹ ਸ੍ਰਿਸ਼ਟੀ ਬਣਾਈ ਹੈ, ਜੀਵ ਪੈਦਾ ਕੀਤੇ ਨੇ, ਭਾਵੇਂ ਉਹ ਪਾਣੀ ਵਿੱਚ ਨੇ ਤੇ ਭਾਵੇਂ ਧਰਤੀ ਤੇ ਨੇ, ਉਹ ਸਭਨਾਂ ਨੂੰ ਦੇ ਰਿਹਾ ਹੈ, ਸਭਨਾਂ ਦੀ ਸੰਭਾਲ ਕਰ ਰਿਹਾ ਹੈ। ਸਤਿਗੁਰਾਂ ਦੇ ਬਚਨ ਨੇ, ਦੱਦਾ ਦਾਤਾ ਏਕ ਹੈ, ਸਭ ਕੋ ਦਿਵਨਹਾਰ। ਦੇਂਦੇ ਟੋਟ ਨਾ ਆਵਈ, ਆਗੰਤ ਭਰੇ ਭੰਡਾਰ। ਦੱਦੇ ਅੱਖਰ ਦੇ ਰਾਹੀਂ ਮਹਾਰਾਜ ਸਮਝਾਉਂਦੇ ਨੇ ਕਿ ਸਾਰੇ ਜੀਵਾਂ ਨੂੰ ਉਹ ਦਾਤਾਂ ਦੇਣ ਵਾਲਾ ਹੈ, ਪਰ ਦੇ ਰਿਹਾ ਹੈ। ਜਦੋਂ ਦਾ ਉਹਨੇ ਸੰਸਾਰ ਬਣਾਇਆ, ਜੀਵ ਬਣਾਏ ਨੇ, ਦੇ ਰਿਹਾ ਹੈ, ਪਰ ਉਸ ਦੇ ਭੰਡਾਰਿਆਂ ਵਿੱਚ ਤੋਟ ਨਹੀਂ ਆ ਰਹੀ, ਉਸ ਦੇ ਭੰਡਾਰੇ ਭਰੇ ਪਏ ਨੇ। ਇੱਥੋਂ ਤੱਕ ਆਪਾਂ ਨਿਤਨੇਮ ਦੀ ਬਾਣੀ ਵਿੱਚ ਪੜ੍ਹਦੇ ਹਾਂ, ਦੇਂਦਾ ਦੇ ਲੈਂਦੇ ਥੱਕ ਪਾਹੇ। ਦੇਣ ਵਾਲਾ ਦੇ ਰਿਹਾ ਹੈ, ਪਰ ਲੈਣ ਵਾਲੇ ਜੀਵ ਜਿਹੜੇ ਨੇ ਨਾ, ਦਾਤਾਂ ਲੈ ਲੈ ਕੇ ਵੀ ਸਾਧ ਸੰਗਤ ਥੱਕ ਜਾਂਦੇ ਨੇ, ਪਰ ਉਸ ਦੇ ਭੰਡਾਰੇ ਮੁੱਕਦੇ ਨਹੀਂ। ਇਹ ਸਾਨੂੰ ਵਿਸ਼ਵਾਸ ਦਿਵਾਇਆ ਤੇ ਆਖਿਆ ਨਾ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਰਦਾਸ ਕਰਨ ਦਾ ਢੰਗ ਵੀ ਸਾਨੂੰ ਇਹ ਦੱਸਿਆ ਹੈ ਕਿ ਜਿਹੜਾ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ, ਐ ਗੁਰੂ ਮੈਨੂੰ ਇਹ ਸੋਝੀ ਬਖਸ਼ ਕਿ ਮੈਂ ਉਸ ਇੱਕ ਦਾਤੇ ਨੂੰ ਕਦੀ ਭੁੱਲਾ ਨਾ, ਉਸ ਦਾਤੇ ਨੂੰ ਹਰ ਵੇਲੇ ਯਾਦ ਰੱਖਾ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਕਿਰਪਾ ਕਰਦੇ ਨੇ, ਉਹ ਦਾਤਾ ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਸਾਰੇ ਜੀਵਾਂ ਦੇ ਸਿਰ ਤੇ ਰੱਖਾ ਵੀ ਹੈ, ਸਾਰਿਆਂ ਦੀ ਰਖਵਾਲੀ ਵੀ ਕਰਨ ਵਾਲਾ ਹੈ, ਕਿਉਂਕਿ ਸਾਨੂੰ ਧੀਰਜ ਦਿੱਤਾ, ਸਮਝਾਇਆ ਕਿ ਇਹ ਬੰਦੇ ਡੋਲ ਨਾ, ਡੋਲਣ ਦੇ ਵਿੱਚ ਨਾ ਪਾਓ, ਬਲਕਿ ਥਿਰ ਹੋ। ਇਹ ਯਾਦ ਰੱਖ, ਇਹ ਚੇਤੇ ਰੱਖ ਕਿ ਨਿਤ ਨਿਤ ਜੀੜੇ ਸੰਭਾਲੀਅਨ,
ਦੇਖੇਗਾ ਦੇਵਨਹਾਰ, ਜਿਹੜਾ ਸਾਰੇ ਜੀਵਾਂ ਦੀ ਹਰ ਵੇਲੇ, ਹਰ ਸਮੇਂ, ਹਰ ਰੋਜ਼ ਸੰਭਾਲ ਕਰ ਰਿਹਾ ਹੈ। ਤੋ ਉਸ ਦੀ ਨਿਗਾਹ ਤੋਂ ਬਾਹਰ ਨਹੀਂ, ਉਸ ਦੀ ਨਿਗਾਹ ਵਿੱਚ ਹੈ। ਉਹ ਵਾਹਿਗੁਰੂ ਪਰਮਾਤਮਾ ਤੇਰੀ ਵੀ ਸੰਭਾਲ ਕਰੇਗਾ। ਪਰ ਇੱਥੇ ਇੱਕ ਗੱਲ ਧਿਆਨ ਵਿੱਚ ਰੱਖਣੀ ਹੈ, ਸਭ ਉੱਪਰ ਪਾਰ ਬ੍ਰਹਮ ਦਾਤਾਰ। ਮਹਾਰਾਜ ਆਖਦੇ ਨੇ ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਵਾਹਿਗੁਰੂ ਪਰਮਾਤਮਾ ਸਭ ਜੀਵਾਂ ਦੇ ਸਿਰ ਤੇ ਰਾਖਾ ਹੈ, ਰਖਵਾਲੀ ਕਰਨ ਵਾਲਾ ਹੈ। ਪਰ ਜਦੋਂ ਆਪਾਂ ਇਹ ਬਚਨ ਪੜ੍ਹਦੇ ਹਾਂ, ਜਿਸ ਕੇ ਸਿਰ ਉੱਪਰ ਤੋ ਸੁਆਮੀ, ਸੋ ਦੁਖ ਕੈਸਾ ਪਾਵੈ, ਇੱਥੇ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਸਿਰ ਤੇ ਰਾਖਾ ਨਹੀਂ ਹੈ, ਪਰ ਜਿਨ੍ਹਾਂ ਨੂੰ ਕੇਵਲ ਤੇ ਕੇਵਲ ਦੁਨਿਆਵੀ ਮਾਇਆ ਦਾ ਮੋਹ, ਜਿਹੜੇ ਕੇਵਲ ਦੁਨਿਆਵੀ ਮਾਇਆ ਦੀ ਪਕੜ ਵਿੱਚ ਨੇ, ਉਹਨਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਸਿਰ ਤੇ ਰਾਖਾ ਹੈ। ਇਹ ਤਾਂ ਉਹਨਾਂ ਨੂੰ ਸਮਝ ਆਉਂਦੀ ਹੈ ਜਿਹੜੇ ਕਦੀ ਮਾਇਆ ਦੇ ਹੰਕਾਰ ਵਿੱਚ ਆ ਕੇ, ਮਾਇਆ ਦੀ ਪਾਪ ਪਕੜ ਵਿੱਚ ਆ ਕੇ ਕਦੀ ਹੰਕਾਰ ਦੇ ਬੋਲ ਬੋਲਦੇ ਹੀ ਨਹੀਂ, ਜਿਹੜੇ ਕਦੀ ਹੰਕਾਰ ਦੇ ਬੋਲ ਬੋਲਦੇ ਨਹੀਂ। ਕਿਉਂਕਿ ਆਪਾਂ ਪੜ੍ਹਦੇ ਨਾ ਅਗਲੀ ਪੰਕਤੀ ਦੇ ਅੰਦਰ, ਜਿਸ ਕੇ ਸਿਰ ਉੱਪਰ ਤੋਂ ਸੁਆਮੀ, ਸੋ ਦੁਖ ਕੈਸਾ ਪਾਵੈ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਮਾਇਆ ਮਦ ਮਾਤਾ ਤੋਂ ਭਾਵ ਮਾਇਆ ਦੇ ਹੰਕਾਰ ਵਿੱਚ, ਮਾਇਆ ਦੇ ਨਸ਼ੇ ਵਿੱਚ ਆ ਕੇ ਉਹ ਕਦੀ ਹੰਕਾਰ ਭਰੇ ਬੋਲ ਬੋਲਦਾ ਨਹੀਂ, ਤੇ ਕਦੀ ਆਤਮਕ ਮੌਤ ਉਸ ਦੇ ਨੇੜੇ ਨਹੀਂ ਆਂਦੀ। ਮਰਨਾ ਚੀਤ ਨਾ ਆਵੇ ਤੋਂ ਭਾਵ ਕਦੀ ਵੀ ਆਤਮਕ ਮੌਤ ਉਸ ਦੇ ਨੇੜੇ ਨਹੀਂ ਆਂਦੀ। ਕੌਣ? ਜਿਹੜਾ ਉਸ ਨੂੰ ਆਪਣੇ ਸਿਰ ਤੇ ਰਖਵਾਲਾ ਸਮਝ ਲੈਂਦਾ ਹੈ। ਤਾਂ ਉਹ ਰਖਵਾਲਾ ਹੀ ਹੈ, ਤਾਂ ਉਹ ਰਾਖੀ ਕਰਨ ਵਾਲਾ ਹੀ, ਪਰ ਸਾਧ ਸੰਗਤ ਸਮਝਦੇ ਕੌਣ ਨੇ? ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ। ਨਹੀਂ ਤਾਂ ਆਪਾਂ ਪੜ੍ਹਦੇ ਹਾਂ, ਮਾਇਆ ਧਾਰੀ ਅਤ ਅਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਜਿਹੜਾ ਮਾਇਆ ਦੇ ਮੋਹ ਵਿੱਚ ਪੈ ਗਿਆ, ਮਾਇਆ ਧਾਰੀ ਬਣ ਗਿਆ। ਮਾਇਆ ਧਾਰੀ ਤੋਂ ਭਾਵ ਸਾਧ ਸੰਗਤ ਇਹ ਨਹੀਂ ਕਿ ਜਿੰਦੇ ਕੋਲ ਮਕਾਨ ਹੈ, ਜਿਸ ਕੋਲ ਦੁਕਾਨ ਹੈ, ਜਿਸ ਕੋਲ ਰਹਿਣ ਸਹਿਣ ਦਾ, ਖਾਣ ਪੀਣ ਦਾ ਪ੍ਰਬੰਧ ਹੈ, ਉਹ ਮਾਇਆ ਧਾਰੀ ਨਹੀਂ। ਕਿਉਂਕਿ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਕਿਉਂਕਿ ਉਹ ਕਿਸੇ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ। ਅੱਖਾਂ ਤੋਂ ਅੰਨਾ ਹੈ, ਕੰਨਾਂ ਤੋਂ ਬੋਲਾ ਹੋ ਗਿਆ। ਉਹ ਵੇਖਦਾ ਹੋਇਆ ਵੀ ਵੇਖਦਾ ਨਹੀਂ, ਸੁਣਦਾ ਹੋਇਆ ਵੀ ਸੁਣਦਾ ਨਹੀਂ। ਕਿਉਂਕਿ ਜਿੰਨੇ ਵੀ ਕਥਾਵਾਚਕ ਗੁਰੂ ਦੀ ਕਿਰਪਾ ਨਾਲ ਆਂਦੇ ਨੇ, ਸਾਰੇ ਇਹ ਗੱਲ ਕਰਦੇ ਨੇ। ਹੁਣ ਜੋ ਕੁਝ ਹਾਲਾਤ ਅੱਜ ਬਣੇ ਹੋਏ ਨੇ, ਸਾਧ ਸੰਗਤ, ਉਹ ਜ਼ਿਮੀਂਦਾਰ ਜਿਨ੍ਹਾਂ ਦੇ ਬਾਰੇ ਗੁਰਦੁਆਰਿਆਂ ਦੇ ਅੰਦਰ ਵੀ ਅਰਦਾਸਾਂ ਹੋ ਰਹੀਆਂ ਨੇ, ਮੰਦਰਾਂ ਦੇ ਅੰਦਰ ਵੀ ਅਰਦਾਸਾਂ ਹੋ ਰਹੀਆਂ ਨੇ, ਮਸੀਤਾਂ ਦੇ ਅੰਦਰ ਵੀ ਅਰਦਾਸਾਂ ਹੋ ਰਹੀਆਂ ਨੇ। ਉੱਥੇ ਕੇਵਲ ਸਿੱਖ ਨਹੀਂ, ਆਪਣਾ ਹੱਕ ਲੈਣ ਵਾਸਤੇ, ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਵਾਸਤੇ ਸਿੱਖ ਵੀ ਬੈਠਾ ਹੋਇਆ ਹੈ, ਹਿੰਦੂ ਵੀ ਬੈਠਾ ਹੋਇਆ ਹੈ, ਮੁਸਲਮਾਨ ਵੀ ਉੱਥੇ ਬੈਠਾ ਹੋਇਆ ਹੈ। ਕਿਉਂਕਿ ਸਾਧ ਸੰਗਤ, ਪਰ ਜਿਨ੍ਹਾਂ ਨੂੰ ਆਵਾਜ਼ ਸੁਣਾਣੀ ਹੈ, ਉਹਨਾਂ ਦੀ ਹਾਲਤ ਇਹ ਬਣੀ ਹੋਈ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਪਰ ਉਹਨਾਂ ਨੂੰ ਇਹ ਗੱਲ ਭੁੱਲ ਗਈ। ਧਿਆਨ ਦੇਵਿਓ ਸਾਧ ਸੰਗਤ, ਸਮੇਂ ਦੇ ਜਿਹੜੇ ਨੇ ਨਾ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਇਹਨਾਂ ਨੂੰ ਇੱਕ ਦੁਨਿਆਵੀ ਤੌਰ ਤੇ, ਦੁਨਿਆਵੀ ਰਾਜੇ ਨੂੰ ਜਿਹੜਾ ਸੀ ਨਾ ਗੱਦੀ ਨਸ਼ੀਨ ਕੀਤਾ ਜਾ ਰਿਹਾ ਸੀ,
ਲਾਰਡ ਜਾਰਜ ਨੂੰ ਜਿਹੜਾ ਨਾ ਉਹਨੂੰ ਗੱਦੀ ਨਸ਼ੀਨ ਕੀਤਾ ਜਾ ਰਿਹਾ ਹੈ। ਤੇ ਬਾਬਾ ਜੀ ਨੂੰ ਕਿਹਾ ਗਿਆ ਵੀ ਜਲੂਸ ਕੱਢਣਾ ਹੈ, ਜਿਹਨੂੰ ਆਪਾਂ ਨਗਰ ਕੀਰਤਨ ਕਹਿੰਦੇ ਹਾਂ, ਵੀ ਤੁਸੀਂ ਹਾਜ਼ਰ ਹੋਏ ਹੋ। ਉਹ ਕਹਿਣ ਲੱਗੇ ਵੀ ਮੈਂ ਨਹੀਂ ਹੋ ਸਕਦਾ ਇਕੱਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਵੀ ਜਿਹੜਾ ਨਾ ਸਰੂਪ ਉਹ ਹਾਥੀ ਦੇ ਉੱਤੇ ਬਿਰਾਜਮਾਨ ਕੀਤਾ ਜਾਵੇਗਾ, ਚੌਰ ਬਰਦਾਰ ਬਣ ਕੇ ਕੇਵਲ ਮੈਂ ਚੌਰ ਸਾਹਿਬ ਕਰ ਸਕਦਾ, ਸ਼ਾਮਲ ਹੋਵਾਂਗਾ। ਸ਼ਾਮਲ ਹੋਏ, ਵੇਖੋ ਇੱਕ ਪਾਸੇ ਦੁਨਿਆਵੀ ਰਾਜਾ, ਦੁਨਿਆਵੀ ਵਜ਼ੀਰ, ਦੁਨਿਆਵੀ ਬਾਦਸ਼ਾਹ, ਉਹਨੂੰ ਜਿਹੜੀ ਨਾ ਗੱਦੀ ਨਸ਼ੀਨ ਕੀਤਾ ਜਾ ਰਿਹਾ ਹੈ, ਤੇ ਦੂਜੇ ਪਾਸੇ ਬੇਪਰਵਾਹ ਸੰਤਨ ਅਵਰਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਕ ਸੁਆਮੀ ਊਸ਼ ਮਾਨਾ ਠਾकुर तेरो, अवर न काहू तानी ऐसो अमर मिलियो भगतन को, राच रहे रंग ज्ञानी, बेपरवाह पढ़ की रहे ने को हार समान नहीं, राजा ए भूपत सब दिवस डार के झूठे करत दवाजा। इन बादशाहां नूं, इन्हां राजियां नूं चेता होना चाहिए ਜਿਹੜੇ ਸਾਡੇ ਤੋਂ ਪਹਿਲਾਂ इन्हां तख्तां ते बह के गए ने, ਉਹਨਾਂ ਦਾ ਕੀ ਹਾਲ ਹੋਇਆ ਤੇ ਸਾਡਾ ਕੀ ਹਾਲ ਹੋਵੇਗਾ। ਕਿਉਂਕਿ ਮਹਾਰਾਜ ਦੀ ਬਾਣੀ ਇਹ ਗੱਲ ਕਹਿੰਦੀ ਹੈ, ਕੋ ਹਰ ਸਮਾਨੀ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਤਾਂ 4 ਦਿਨ ਦਾ ਵਿਖਾਵਾ ਹੈ, 4 ਦਿਨ ਦਾ ਠਾਠਾ ਬਾਗਾ ਹੈ। ਯਾਦ ਰੱਖਣਾ ਚਾਹੀਦਾ ਹੈ ਖਲਕਤ ਦੀ ਆਵਾਜ਼ ਜਿਹੜੀ ਨਾ ਉਹ ਖਾਲਕ ਦੀ ਆਵਾਜ਼ ਹੈ। क्योंकि आप रोज पढ़ते हैं ना पावन बाणी दे अंदर, सतगुरु पातशाह जी कृपा करते ने, भगत कबीर जी अव्वल अल्लाह नूर उपाया, कुदरत के सब बंदे एक नूर ते सब जग उपजिया, कौन भले को मंदे लोगा भरम न पूलो भाई, खालक खलक खलक में खालक तू रहो सरब ठाई। ते महाराज रहाओ दे बंद विच ये गल ਸਾਨੂੰ ਸਮਝਾ ਰਹੇ ਨੇ, ਜਿਹੜਾ ਦਾਤਾ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ, ਹਰ ਥਾਂ ਦਿੰਦਾ ਹੈ, ਹਰ ਸਮੇਂ ਦਿੰਦਾ ਹੈ, ਹਰ ਇੱਕ ਨੂੰ ਦਿੰਦਾ ਹੈ, ਉਹ ਵਾਹਿਗੁਰੂ ਪਰਮਾਤਮਾ ਸਾਰੇ ਜੀਵਾਂ ਦੇ ਸਿਰ ਤੇ ਰਾਖਾ ਹੈ। ਤੇ ਮਹਾਰਾਜ ਆਖਦੇ ਨੇ ਮੈਨੂੰ ਉਸੇ ਦਾ ਤਾਣ ਹੈ, ਮੈਨੂੰ ਉਸੇ ਦਾ ਆਸਰਾ ਹੈ, ਤੇਰਾ ਜ਼ੋਰ ਤੇਰੀ ਮਨ ਟੇਕ। मैनू उस वाहिगुरु परमात्मा दा तान है, उस दा आसरा है। सब उपर पार ब्रह्म दातार, तेरी टेक तेरा आधार। मैनू तेरी ही टेक है, तेरा ही आसरा है। आओ सारे शब्द दे अंदर सतगुरु जिवें इस गल नूं खोलदे ने, साडे उत्ते कृपा करदे ने। आओ सरवण करिए जी, एक बारी फिर रचना करो पवित्र, गज के बोलो सतनाम वाहिगुरु। सतनाम श्री वाहिगुरु साहिब जी। तिलंग कार दूजा महला पंजवा। तिलंग राग है, घर दूजा, दूजे घर दे अंदर इनू गान दी हदायत है। महला पंजवा गुरु नानक पातशाह दे पंजवें स्वरूप, गुरु नानक पातशाह जी दे पंजवें स्वरूप गुरु अर्जन देव जी महाराज का यह उच्चारण किया होया। ध्यान रखना, तिलंग वखरा, घर दूजा वखरा, महला पंजवा वखरा करके पढ़ना है। तिलंग घर दूजा, महला पंजवा। तिलंग राग है, घर दूजे दे अंदर गान दी हदायत है। पंजवें स्वरूप गुरु नानक पातशाह जी दे, गुरु अर्जन देव जी महाराज का यह उच्चारण किया होया है। तुद बिना दूजा नाही कोई, तू करतार करह सो होए। तू करतार करह सो होए। करतार तो भाव है सारे जगत नूं बनाने वाला, जिहड़ा सारे जीवां नूं पैदा करने वाला है।
ਵਾਹਿਗੁਰੂ ਪਰਮਾਤਮਾ ਜੀ ਤੂੰ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਜੋ ਕੁਝ ਤੂੰ ਕਰਦਾ ਹੈ ਉਹ ਕੁਝ ਹੀ ਸੰਸਾਰ ਦੇ ਵਿੱਚ ਹੁੰਦਾ ਹੈ। ਭਾਵ ਤੇਰੇ ਤੋਂ ਬਗੈਰ ਹੋਰ ਕੁਝ ਨਹੀਂ ਹੋ ਸਕਦਾ ਤੇ ਤੇਰੇ ਵਰਗਾ ਵੀ ਕੋਈ ਨਹੀਂ। ਤੂੰ ਆਪਣੇ ਵਰਗਾ ਆਪ ਹੈ। ਜੀਵਾਂ ਨੂੰ ਪੈਦਾ ਕਰਨ ਵਾਲਾ ਵੀ ਤੂੰ ਆਪ ਹੈ। ਜੋ ਕੁਝ ਤੂੰ ਕਰਦਾ ਹੈ ਉਹ ਕੁਝ ਹੁੰਦਾ ਹੈ। ਵਾਹਿਗੁਰੂ ਜੀ ਤੇਰੇ ਵਰਗਾ ਹੋਰ ਦੂਜਾ ਕੋਈ ਨਹੀਂ। ਇੱਕ ਅੱਖਰ ਆਪਾਂ ਵਰਤਦੇ ਹਾਂ ਸ਼ਰੀਕ, ਜਿਹੜਾ ਬਰਾਬਰੀ ਕਰਨ ਵਾਲਾ ਹੈ, ਬਰਾਬਰ ਦਾ, ਪਰ ਬਾਣੀ ਅੰਦਰ ਉਹਨੂੰ ਕਿਹਾ ਗਿਆ ਨਿਸ਼ਰੀਕ, ਨਿਰੇ ਸ਼ਰੀਕ, ਭਾਵ ਉਸ ਦਾ ਕੋਈ ਸ਼ਰੀਕ ਨਹੀਂ। ਜਾਪ ਸਾਹਿਬ ਦੀ ਬਾਣੀ ਵਿੱਚ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਨਿਰਸ਼ਰੀਕ। ਨਿਰੇ ਸ਼ਰੀਕ ਦਾ ਭਾਵ ਹੈ ਉਸ ਦਾ ਕੋਈ ਸ਼ਰੀਕ ਨਹੀਂ, ਉਸ ਦੀ ਬਰਾਬਰੀ ਕਰਨ ਵਾਲਾ ਕੋਈ ਨਹੀਂ, ਉਹ ਆਪਣੇ ਵਰਗਾ ਆਪ ਹੈ। ਇੱਕ ਬਚਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਆਪਾਂ ਪੜ੍ਹਦੇ ਹਾਂ, ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਭਾਵੈ ਤਿਉ ਰਖੀਐ। ਮੇਰੇ ਹਰ ਜੋ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀ, ਜੇ ਕਿਛ ਕਰ ਸਾਕੈ ਜਿਉ ਭਾਵੈ ਤਿਵੇਂ ਬਖਸ਼। ਇਸੇ ਹੀ ਸ਼ਬਦ ਦੇ ਅੰਦਰ ਆਖਿਆ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਜੇ ਕੋਈ ਰੱਬ ਦੀ ਬਰਾਬਰੀ ਕਰਨ ਦਾ ਆਪਣੇ ਵੱਲੋਂ ਕਰਦਾ ਹੈ ਐਲਾਨ, ਤੇ ਮਹਾਰਾਜ ਆਖਦੇ ਨੇ ਉਹਨੇ ਪੰਜਾਂ ਤੱਤਾਂ ਦੇ ਨਾਲ ਸ੍ਰਿਸ਼ਟੀ ਬਣਾਈ। ਕੋਈ ਛੇਵਾਂ ਤੱਤ ਬਣਾ ਕੇ ਵਿਖਾ ਦਿਓ। ਪੰਜਾਂ ਤੱਤਾਂ ਦੇ ਨਾਲ ਉਹਨੇ ਸ੍ਰਿਸ਼ਟੀ ਬਣਾਈ। ਜੇ ਕੋਈ ਆਪਣੇ ਆਪ ਨੂੰ ਉਸ ਦੇ ਬਰਾਬਰ ਮੰਨਦਾ ਹੈ ਤੇ ਫਿਰ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ। ਪਰ ਨਾਲ ਹੀ ਇਹ ਗੱਲ ਸਮਝਾ ਦਿੱਤੀ, ਇੱਕ ਨਾ ਸਤਿਗੁਰ ਮੇਲ ਤੋਂ ਬੁਝਾਵੇਂ, ਇੱਕ ਮਨਮੁਖ ਕਰੈ ਸੇ ਰੋਵੈ। ਇੱਕ ਨਾ ਨੂੰ ਤੂੰ ਇਹ ਸੋਝੀ ਦੇ ਦੇਣਾ ਕਿ ਜੋ ਕੁਝ ਵਾਹਿਗੁਰੂ ਕਰਦਾ ਹੈ ਉਹ ਆਪ ਕਰਦਾ ਹੈ, ਉਸ ਤੋਂ ਬਗੈਰ ਕੋਈ ਕਰਨ ਵਾਲਾ ਨਹੀਂ। ਪਰ ਕਈ ਮਨਮੁਖ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਨੇ, ਉਹ ਕਈ ਵਾਰੀ ਦਾਅਵੇ ਕਰਦੇ ਨੇ ਤੇ ਫਿਰ ਜੀਵਨ ਦੇ ਅੰਦਰ ਦੁਖੀ ਹੁੰਦੇ ਨੇ। ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਵਾਹਿਗੁਰੂ ਪਰਮਾਤਮਾ ਜੀ ਹੋਣਾ ਉਹ ਕੁਝ ਹੈ ਜੋ ਕੁਝ ਤੂੰ ਕਰਨਾ ਹੈ, ਤੇਰੇ ਤੋਂ ਬਗੈਰ ਕੋਈ ਕਰਨ ਵਾਲਾ ਨਹੀਂ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਪਰ ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੇ ਨਾ ਕੋਏ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਵਾਹਿਗੁਰੂ ਜੀ ਤੂੰ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਤੇ ਜੋ ਤੂੰ ਕਰਦਾ ਸੰਸਾਰ ਵਿੱਚ, ਦੁਨੀਆ ਵਿੱਚ, ਕੁਦਰਤ ਵਿੱਚ, ਉਹ ਕੁਝ ਹੀ ਹੁੰਦਾ ਹੈ, ਕਿਉਂਕਿ ਤੇਰੇ ਵਰਗਾ ਹੋਰ ਕੋਈ ਨਹੀਂ, ਤੂੰ ਆਪਣੇ ਵਰਗਾ ਆਪ ਹੈ। ਤੇਰਾ ਜੋਰ ਤੇਰੀ ਮਨ ਟੇਕ, ਮੈਨੂੰ ਤੇਰਾ ਹੀ ਜੋਰ ਤਾਣ ਹੈ ਤੇ ਮੈਨੂੰ ਤੇਰਾ ਹੀ ਟੇਕ ਸਹਾਰਾ ਹੈ। ਤੇਰੇ ਤੋਂ ਬਗੈਰ ਮੈਨੂੰ ਹੋਰ ਕਿਸੇ ਦਾ ਸਹਾਰਾ ਨਹੀਂ। ਸਾਧ ਸੰਗਤ, ਭਗਤ ਜਨਾਂ ਦਾ ਜੀਵਨ ਆਪਾਂ ਪੜ੍ਹੀਏ, ਗੁਰੂ ਸਾਹਿਬਾਨ ਦਾ ਜੀਵਨ ਪੜ੍ਹੀਏ। ਸਤਿਗੁਰਾਂ ਨੇ ਬਾਰ-ਬਾਰ ਇਹ ਗੱਲ ਸਮਝਾਈ, ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ, ਤਾੜ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਕਿਉਂਕਿ ਨਾਨਕ ਟੇਕ ਭਈ ਕਰਤੇ ਕੀ, ਹੋਰ ਆਸ ਬਿਡਾਨੀ ਲਾਈ। ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ। ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਕਿਉਂਕਿ ਤੁਮ ਮੇਰੋ ਮੇਰ ਪਰਵਸ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਆਪਾਂ ਪੜ੍ਹਦੇ ਹਾਂ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ, ਰੱਬ ਦੇ ਪਿਆਰਿਆਂ ਨੂੰ ਕੇਵਲ ਤੇ ਕੇਵਲ ਘਰ ਵਿੱਚ ਵੀ
ਤੇ ਬਾਹਰ ਵੀ ਵਾਹਿਗੁਰੂ ਪਰਮਾਤਮਾ ਦਾ ਆਸਰਾ ਹੈ। ਪਰ ਉਹ ਰੱਬ ਦੇ ਪਿਆਰੇ, ਉਹ ਜਨ, ਉਹ ਸੇਵਕ, ਉਹ ਗੁਰਮੁਖ, ਉਹ ਭਗਤ ਕੌਣ ਨੇ? ਨਾਲ ਇਹ ਵੀ ਗੱਲ ਸਮਝਾਈ, ਇਹ ਬਚਨ ਨੇ ਨਾ, ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕਹਿ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਅੱਗੇ ਕਿਰਪਾ ਕੀਤੀ, ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰੈ ਕਰਾਵੇ ਸੁਆਮੀ, ਜੋ ਤੂੰ ਕਰੈ ਕਰਾਵੇ ਸੁਆਮੀ, ਸਾ ਮਸਲਤ ਪਰਵਾਨ। ਰੱਬ ਦੇ ਪਿਆਰਿਆਂ ਨੂੰ ਕੇਵਲ ਰੱਬ ਦਾ ਤਾਣ ਹੈ, ਰੱਬ ਦੀ ਟੇਕ ਹੈ, ਰੱਬ ਦਾ ਸਹਾਰਾ ਹੈ। ਉਹਨਾਂ ਨੂੰ ਇਹ ਵਿਸ਼ਵਾਸ ਹੈ, ਜੋ ਰੱਬ ਕਰੇਗਾ, ਜੋ ਰੱਬ ਕਰਾਵੇਗਾ, ਹੋਣਾ ਉਹ ਹੈ। क्योंकि काठ की पुत्री कहाँ करे बपरी, खिलावन हारो जाने। जैसा खेल करावे बाजीगर, वो तैसो ही साज आने। उन्होंने ये पता है, उन्होंने विश्वास है, उन्होंने भरोसा है। महाराज कृपा करते ने, तेरा जोर तेरी मन टेक। पर ये सारा कुछ दस के करतार सारे जीवां नूं पैदा करने वाला है। ਉਹ ਕਰਤਾਰ ਵਾਹਿਗੁਰੂ ਪਰਮਾਤਮਾ ਜੋ ਕਰਦਾ ਹੈ ਉਹ ਕੁਝ ਹੁੰਦਾ ਹੈ, ਉਸ ਵਰਗਾ ਹੋਰ ਕੋਈ ਨਹੀਂ। ਜਿੱਥੇ ਆਖਿਆ ਮੈਨੂੰ ਤੇਰੀ ਟੇਕ, ਤੇਰਾ ਆਸਰਾ ਹੈ, ਤੇਰਾ ਆਧਾਰ ਹੈ, ਤੇਰਾ ਤਾਣ ਹੈ, ਉੱਥੇ ਨਾਲ ਹੀ ਪ੍ਰੇਰਨਾ ਕੀਤੀ, ਸਦਾ ਸਦਾ ਜਪ ਨਾਨਕ ਏਕ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਉਸ ਇੱਕ ਵਾਹਿਗੁਰੂ ਪਰਮਾਤਮਾ ਨੂੰ हमेशा हमेशा जपना चाहिए है। क्योंकि काम परे हर सिमरिए, ऐसा सिमरो नित। जिन्हों कम पैन ते चेते कर दिया, उन्हों हर वेले चेते रखिए। क्योंकि जप मन सतनाम, सदा सतनाम, हलत पलत मुख उजल हुई है। नित ध्याइए हर पुरख निरंजना। हर वेले उस एक वाहिगुरु परमात्मा नूं जपीए, उस वाहिगुरु परमात्मा का सिमरन हमेशा करिए। सास सास सिमरो गोबिंद वाली जिहड़ी गल है ना, वो अपने जीवन दे अंदर धारण करिए। सब ऊपर पार ब्रह्म दातार, सारे जीवां नूं दातां देण वाला वाहिगुरु परमात्मा जिहड़ा है, वो सारियां दे सिर ते राखा है। तेरी टेक तेरा आधार, वाहिगुरु जी सानू तेरा ही तान है ते तेरा ही सहारा है। रहाओ रहाओ दा महाराज बंद इत्थे ये बयान करदे हन। है तू होवनहार। उसकी टेक क्यों लैनी है, उसका आधार क्यों जीवन दे अंदर ਉਹਨੂੰ बनाना है, ਉਹਨੂੰ क्यों सिमरना है? क्योंकि ਉਹ ਵਾਹਿਗੁਰੂ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ। ਹੈ तू है तू होवनहार। वाहिगुरु परमात्मा तो हुण भी है, फिर भी सी, पहला भी सी ते आउण वाले समय दे विच भी होवेगा। कुजा आमद कुजा रफ्ती, कुजा में रवि, द्वारका नगरी रास भगोई। वाहिगुरु जी ना तू कितों आया, ना तू किते जा रहा, ना तू किते जाना। भाव ना तू आए ना तू जाने। कुजा आमद कुजा रफ्ती, कुजा में रवि, द्वारका नगरी रास भगोई। हैं तो होवनहार। अगम अगाध ऊंच अपार। वाहिगुरु परमात्मा जी तू अपहुंच है, अगाध डूंगा है, उच्चा है, अपार, तेरा पारावार नहीं पाया जा सकता।
ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ। ਜਿਹੜੇ ਤੈਨੂੰ ਸੇਵਦੇ ਹਨ, ਤੇਰਾ ਸਿਮਰਨ ਕਰਦੇ ਨੇ, ਤੇਰੀ ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਤੈਨੂੰ ਯਾਦ ਰੱਖਦੇ ਨੇ, ਉਹਨਾਂ ਨੂੰ ਭਾਵ ਉਹ ਮਨੁੱਖ ਨਾ ਡਰਦੇ ਨੇ ਤੇ ਨਾ ਦੁਖੀ ਹੁੰਦੇ ਨੇ। ਫਿਰ ਧਿਆਨ ਦੇਵਿਓ, ਜੋ ਤੁਧ ਸੀਵੇਂ ਤਿਨ ਭਉ ਦੁਖ ਨਾਹੀ। ਵੇਖੋ ਕਿੰਨਾ ਡਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਰ ਇੱਕ ਦੀ ਟੇਕ ਲੈ ਕੇ, ਇੱਕ ਦਾ ਆਸਰਾ ਲੈ ਕੇ, ਕਿ ਉਹਨਾਂ ਨੂੰ ਦੁੱਖ ਨਹੀਂ। ਇੰਨੀ ਠੰਡ, ਰਜ਼ਾਈ ਦਾ ਇੱਕ ਪਾਸਾ ਚੁੱਕਿਆ ਜਾਵੇ ਤੇ ਭਾਵੇਂ ਜਿੰਨੀ ਗੂੜੀ ਨੀਂਦ 'ਚ ਸੁੱਤ ਹੋਈਏ ਸਾਧ ਸੰਗਤ, ਉਸੇ ਘੜੀ ਰਜ਼ਾਈ ਦਾ ਜਿਹੜਾ ਉਹ ਪਾਸਾ ਹੈ ਨਾ, ਉਹਨੂੰ ਦਬਾਉਣਾ ਪੈਂਦਾ ਹੈ। ਤੇ ਬੇਨਤੀ ਕਰਾਂ, ਸੜਕਾਂ ਤੇ ਸੌਣਾ ਕਹਿਣਾ ਬੜਾ ਸੌਖਾ ਹੈ। ਸੜਕਾਂ ਤੇ ਸੌਣਾ ਤੇ ਸੜਕਾਂ ਤੇ ਬੈਠਿਆਂ ਕੀ ਦੁੱਖ ਨਹੀਂ। ਨਹੀਂ, ਇੱਕ ਗੱਲ ਧਿਆਨ ਵਿੱਚ ਰੱਖਿਓ, ਇਹ ਤਾਂ ਅਵਸਥਾ ਉਹ ਬਣੀ ਹੋਈ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਦੁੱਖ ਹੈ, ਦੁੱਖਾਂ ਵਿੱਚ ਘਿਰਿਆ ਹੋਇਆ ਹੈ, ਪਰ ਫਿਰ ਵੀ ਦੁਖੀ ਨਹੀਂ ਹੁੰਦਾ। ਭਗਤਾਂ ਨੂੰ, ਪ੍ਰਭੂ ਪਿਆਰਿਆਂ ਨੂੰ, ਭਾਵੇਂ ਉਹ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਨੇ, ਕਿ ਉਹਨਾਂ ਨੂੰ ਸਿਮਰਨ ਕਰਨ ਵਾਲਿਆਂ ਨੂੰ ਜੀਵਨ ਦੇ ਅੰਦਰ ਦੁੱਖ ਨਹੀਂ ਮਿਲਿਆ, ਕਿ ਉਹਨਾਂ ਨੂੰ ਡਰਾਇਆ ਨਹੀਂ ਗਿਆ। ਹੁਣ 5 ਸਾਲ ਦੀ ਉਮਰ ਹੈ, ਆਪਾਂ ਪੜ੍ਹਦੇ ਹਾਂ, ਪ੍ਰਹਲਾਦ ਕੋਠੇ ਵਿੱਚ ਰਾਖਿਆ ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੇ, ਕਿਉਂਕਿ ਮੇਰੇ ਅੰਤਰ ਗੁਰ ਗੋਪਾਲਾ। ਮਹਾਰਾਜ ਕਿਰਪਾ ਕਰਦੇ ਨੇ, ਉਹਨਾਂ ਨੂੰ ਡਰਾਇਆ ਜਾਂਦਾ ਹੈ, ਉਹਨਾਂ ਨੂੰ ਦੁੱਖ ਦਿੱਤੇ ਜਾਂਦੇ ਨੇ। ਕਿਹਨਾਂ ਨੂੰ? ਜਿਹੜੇ ਕੇਵਲ ਇੱਕ ਵਾਹਿਗੁਰੂ ਪਰਮਾਤਮਾ ਦੀ ਟੇਕ ਲੈਂਦੇ ਨੇ, ਆਸਰਾ ਲੈਂਦੇ, ਸਹਾਰਾ ਲੈਂਦੇ, ਪਰ ਨਾ ਉਹ ਡਰਦੇ ਨੇ ਤੇ ਨਾ ਦੁਖੀ ਹੁੰਦੇ ਨੇ। ਕਿਉਂ? ਕਿਉਂਕਿ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦਿਆਂ ਅਵਸਥਾ ਇਹ ਬਣ ਗਈ ਹੈ, ਸੰਪੈ ਦੇਖ ਨਾ ਹਰਖੀਐ, ਬਿਪਤ ਦੋਖ ਨਾ ਰੋਏ, ਜਿਉ ਸੰਪੈ ਤਿਉ ਬਿਪਤ ਹੈ, ਬਿਦ ਨੇ ਰਚਿਆ ਸੋ ਹੋਏ। ਜੇ ਭੁਖ ਦੇਹੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੋਖ ਮਨਾਈ ਵਾਲੀ ਗੱਲ ਜਿਹੜੀ ਹੈ, ਉਹ ਰੱਬ ਦੇ ਪਿਆਰੇ ਆਪਣੇ ਜੀਵਨ ਦੇ ਅੰਦਰ ਧਾਰਨ ਕਰਦੇ ਨੇ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਗੁਰੂ ਦੀ ਕਿਰਪਾ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ ਹਨ। ਜੇ ਉਹ ਕਿਰਪਾ ਕਰੇ ਤਾਂ ਹੀ ਸਾਧ ਸੰਗਤ ਗੁਣ ਗਾਏ ਜਾ ਸਕਦੇ ਨੇ। ਜਿੱਥੇ ਦਾਤੇ ਨੂੰ ਯਾਦ ਕਰਨਾ ਹੈ, ਦਾਤੇ ਦੇ ਗੁਣ ਗਾਰੇ ਨੇ, ਉੱਥੇ ਗੁਰੂ ਦੀ ਕਿਰਪਾ ਦੇ ਪਾਤਰ ਵੀ ਜੀਵਨ ਦੇ ਅੰਦਰ ਬਣਨਾ ਹੈ। ਜੋ ਦੀਸੈ ਸੋ ਤੇਰਾ ਰੂਪ। ਜਿਹੜੇ ਵਾਹਿਗੁਰੂ ਦੀ ਟੇਕ ਲੈਂਦੇ ਨੇ, ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦੇ ਨੇ, ਉਹ ਜਿੱਧਰ ਵੇਖਦੇ ਨੇ ਉਹਨਾਂ ਨੂੰ ਵਾਹਿਗੁਰੂ ਦਾ ਰੂਪ ਹੀ ਨਜ਼ਰ ਆਉਂਦਾ ਹੈ। ਆ ਤੁਸੀਂ ਅਖਬਾਰਾਂ ਵਿੱਚ ਪੜ੍ਹਦੇ ਹੋ ਨਾ, ਸਾਧ ਸੰਗਤ, ਡਾਂਗਾ ਮਾਰਨ ਵਾਲਿਆਂ ਨੂੰ ਵੀ ਜਿਹੜਾ ਲੰਗਰ ਛਕਾਈ ਜਾ ਰਹੇ ਨੇ, ਡਾਂਗਾ ਮਾਰਨ ਵਾਲਿਆਂ ਨੂੰ, ਕਿਉਂਕਿ ਮਹਾਰਾਜ ਆਖਦੇ ਨੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਉਹਨਾਂ ਨੂੰ ਸਮਝ ਆ ਗਈ ਹੈ, ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹਨਾਂ ਨੂੰ ਇਹ ਸਮਝ ਆ ਗਈ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਉਹ ਜਿੱਧਰ ਵੇਖਦੇ ਨੇ ਉਹਨਾਂ ਨੂੰ ਉਹ ਵਾਹਿਗੁਰੂ ਪਰਮਾਤਮਾ ਦਾ ਰੂਪ ਹੀ ਨਜ਼ਰ ਆਂਦਾ ਹੈ। ਗੁਣ ਨਿਧਾਨ ਗੋਬਿੰਦ ਅਨੂਪ। ਇਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਪਰਮਾਤਮਾ, ਹੈ ਸੁੰਦਰ ਵਾਹਿਗੁਰੂ ਪਰਮਾਤਮਾ। ਸਿਮਰ 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 ਜਨ ਸੋਏ। ਫਿਰ ਪ੍ਰੇਰਨਾ ਕਰਦੇ ਨੇ, ਐ ਮਨੁੱਖ ਵਾਹਿਗੁਰੂ ਪਰਮਾਤਮਾ ਦਾ ਨਾਮ ਮਨ ਕਰਕੇ, ਬਚਨ ਕਰਕੇ, ਸਿਮਰ ਕਰਮ ਕਰਕੇ
ਆਪਣੇ ਜੀਵਨ ਦੇ ਅੰਦਰ ਸਿਮਰ। ਨਾਨਕ ਕਰਮ ਪ੍ਰਾਪਤ ਹੋਏ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਕਿਰਪਾ ਕਰਦੇ ਨੇ ਕਿ ਇਹ ਸਿਮਰਨ ਦੀ ਦਾਤ ਕਰਮ ਪ੍ਰਾਪਤ ਹੋਏ। ਕਰਮ ਤੋਂ ਭਾਵ ਵਾਹਿਗੁਰੂ ਦੀ ਕਿਰਪਾ ਨਾਲ, ਬਖਸ਼ਿਸ਼ ਨਾਲ, ਮਿਹਰ ਨਾਲ ਜਦੋਂ ਉਹ ਨਦਰ ਕਰਦਾ ਹੈ ਫਿਰ ਇਹ ਦਾਤ ਜੀਵਨ ਦੇ ਅੰਦਰ ਪ੍ਰਾਪਤ ਹੁੰਦੀ ਹੈ। ਕਿਉਂਕਿ ਆਪ ਜਾਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ। ਤੁਮਰੀ ਕਿਰਪਾ ਤੇ ਜਪੀਐ ਨਾਮ। ਉਸ ਦੀ ਕਿਰਪਾ ਤੋਂ ਬਗੈਰ ਨਾਮ ਨਹੀਂ ਜਪਿਆ ਜਾ ਸਕਦਾ। ਇਸੇ ਵਾਸਤੇ ਮੰਗ ਕੀਤੀ ਮਹਾਰਾਜ ਨੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਨਾਨਕ ਕਰਮ ਪ੍ਰਾਪਤ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ। ਵਾਹਿਗੁਰੂ ਦੀ ਕਿਰਪਾ ਨਾਲ, ਬਖਸ਼ਿਸ਼ ਨਾਲ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਕਿਉਂਕਿ ਸਾਧ ਸੰਗਤ ਆਪਾਂ ਬਹੁਤ ਵਾਰੀ ਇਹ ਬਚਨ ਪੜ੍ਹਦੇ ਹਾਂ, ਇੱਕ ਨਾ ਨੂੰ ਉਹ ਸੁੱਤਿਆਂ ਨੂੰ ਜਗਾ ਦਿੰਦਾ ਹੈ ਤੇ ਇੱਕ ਜਾਗਦੇ ਵੀ ਜਿਹੜੇ ਨੇ ਉਹ ਵੀ ਆਪਣੇ ਜੀਵਨ ਦੇ ਅੰਦਰ ਇਹ ਦਾਤ ਪ੍ਰਾਪਤ ਨਹੀਂ ਕਰ ਸਕਦੇ। ਕਿਉਂਕਿ ਮਹਾਰਾਜ ਦੇ ਬਚਨ ਬਹੁਤ ਵਾਰੀ ਆਪਾਂ ਪੜ੍ਹਦੇ ਹਾਂ, ਇੱਕ ਨਾ ਸੁੱਤਿਆਂ ਦੇ ਜਗਾਏ ਵਾਲੀ ਗੱਲ, ਤੇ ਇੱਕ ਜਿਹੜੇ ਜਗੰਦੇ ਵੀ ਜਿਹੜੇ ਨੇ ਉਹ ਇਹ ਦਾਤ ਜੀਵਨ ਦੇ ਅੰਦਰ ਪ੍ਰਾਪਤ ਨਹੀਂ ਕਰ ਸਕਦੇ। ਜਿਨ ਜਪਿਆ ਤਿਸ ਕਉ ਬਲਿਹਾਰ। ਜਿਨ੍ਹਾਂ ਨੇ ਜਪਿਆ ਹੈ, ਜਿਸ ਮਨੁੱਖ ਨੇ ਵੀ ਜਪਿਆ ਹੈ, ਮਹਾਰਾਜ ਕਹਿੰਦੇ ਨੇ ਮੈਂ ਉਸ ਤੋਂ ਬਲਿਹਾਰ ਜਾਨਾ, ਸਦਕੇ ਜਾਨਾ। ਜੋ ਜਨ ਲੇਹੇ ਖਸਮ ਕਾ ਨਾਉ, ਤਿਨ ਕੈ ਸਦ ਬਲਿਹਾਰੇ ਜਾਓ। ਹੁਣ ਇੱਥੇ ਤਾਂ ਕਿਹਾ ਨਹੀਂ ਵੀ ਮੁਸਲਮਾਨ ਹੈ, ਹਿੰਦੂ ਹੈ, ਜਾਂ ਕੋਈ ਈਸਾਈ ਹੈ ਜਾਂ ਸਿੱਖ ਹੈ, ਨਹੀਂ। ਜਿਨ ਜਪਿਆ ਤਿਸ ਕੋ ਬਲਿਹਾਰ। ਕਿਸੇ ਵੀ ਰੱਬ ਦੇ ਪਿਆਰੇ ਨੇ ਮਨੁੱਖਾ ਜੀਵਨ ਪ੍ਰਾਪਤ ਕਰਕੇ ਉਸ ਵਾਹਿਗੁਰੂ ਪਰਮਾਤਮਾ ਨੂੰ ਜਪਿਆ, ਗੁਰੂ ਅਰਜਨ ਦੇਵ ਜੀ ਆਖਦੇ ਨੇ ਮੈਂ ਉਸ ਤੋਂ ਬਲਿਹਾਰ ਜਾਣਾ। ਕਿਉਂਕਿ ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨੇ ਜਾਓ। ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜੇ ਆਪ ਜਪਦੇ ਨੇ ਹੋਰਨਾਂ ਨੂੰ ਜਪਾਉਂਦੇ ਨੇ, ਮੈਂ ਉਹਨਾਂ ਦੀ ਚਰਨ ਧੂੜ ਮੰਗਦਾ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਜਪਿਆ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਤਿਸ ਕੈ ਸੰਗ ਤਰੈ ਸੰਸਾਰ। ਫਿਰ ਐਸਿਆਂ ਦੀ ਸੰਗਤ ਕਰਕੇ ਜਪਣ ਵਾਲਿਆਂ ਦੀ ਸੰਸਾਰ ਤਰ ਜਾਂਦਾ ਹੈ। ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹੋਰ ਸਪਸ਼ਟ ਕਰ ਦਿੱਤਾ, ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਮਾਝ ਕੀ ਵਾਰ ਦੇ ਅੰਦਰ ਉਹਨਾਂ ਨੇ ਹੋਰ ਸ਼ਬਦ ਨਾਲ ਅੰਕਿਤ ਕਰਕੇ ਇਹ ਬਚਨ ਕਹਿ ਦਿੱਤੇ, ਕਈ ਹੋਰ ਛੁੱਟ ਗਏ। ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ ਜਪਨ ਵਾਲਿਆਂ ਦੀ ਸੰਗਤ ਕਰਕੇ। ਇਸੇ ਵਾਸਤੇ ਆਖਿਆ ਨਾ, ਗੰਗਾ ਜਮਨਾ ਗੋਦਾਵਰੀ ਸਰਸਵਤੀ, ਸਰਸਵਤੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ 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 ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਆ ਗੰਗਾ ਜਮਨਾ ਗੋਦਾਵਰੀ ਸਰਸਵਤੀ ਪਵਿੱਤਰ ਮੰਨੀਆਂ ਜਾਂਦੀਆਂ ਨੇ, ਲੋਕ ਇਸ਼ਨਾਨ ਕਰਦੇ ਨੇ, ਪਰ ਉਹ ਵੀ ਅਰਦਾਸਾਂ ਕਰਦੇ ਨੇ ਰੱਬ ਦਾ ਪਿਆਰਾ ਕੋਈ ਆਵੇ, ਆਪਣੇ ਚਰਨ ਸਾਡੇ ਵਿੱਚ ਪਾਵੇ, ਤੇ ਜਿਹੜੀ ਮੈਲ ਲੋਕ ਵਿਕਾਰਾਂ ਦੀ, ਪਾਪਾਂ ਦੀ ਸਾਡੇ ਅੰਦਰ ਲਾ ਕੇ ਜਾਂਦੇ ਨੇ, ਸਾਡੇ ਪਾਪ ਵੀ ਦੂਰ ਹੋ ਜਾਣ। ਮਹਾਰਾਜ ਕਿਰਪਾ ਕਰਦੇ ਨਾ, ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਪਹਿਲਾਂ ਉਹਨਾਂ ਤੋਂ ਬਲਿਹਾਰ, ਉਸ ਤੋਂ ਬਲਿਹਾਰ ਜਿਹੜਾ ਆਪ ਜਪਦਾ ਹੈ। ਤੇ ਫਿਰ ਦੱਸਿਆ ਐਸਿਆਂ ਦੀ ਸੰਗਤ ਕਰਕੇ ਸੰਸਾਰ ਜਿਹੜਾ ਨਾ
इस भवसागर तो पार लंघ जाता है। ਕਹੋ ਨਾਨਕ ਪ੍ਰਭ ਲੋਚਾ ਪੂਰ। ਹੁਣ ਲੋਚਾ ਅਸੀਂ ਵੀ, ਆਸਾ ਅਸੀਂ ਵੀ ਰੱਬ ਅੱਗੇ ਰੱਖਦੇ ਹਾਂ। ਮੇਰੀ ਆ ਆਸਾ ਪੂਰੀ ਹੋ ਜਾਵੇ, ਮੇਰੀ ਆ ਲੋਚਾ ਪੂਰੀ ਹੋ ਜਾਵੇ, ਮੇਰੀ ਆ ਇੱਛਾ ਪੂਰੀ ਹੋ ਜਾਵੇ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਹੜੀ ਇੱਛਾ ਰੱਖ ਰਹੇ ਨੇ? ਕਹੋ ਨਾਨਕ ਪ੍ਰਭ ਲੋਚਾ ਪੂਰ। हे प्रभु जी, मेरी आलोचा, मेरी इच्छा जरी ना गुरु अर्जन देव जी महाराज आखदे ने पूरी कर दे। केड़ी? संत जना की बांछो तूर, तेरे प्यारियां दी मैं चरण तूड़ बांछा। क्योंकि साध संगत मेरी खल्लों मौजड़े गुरसिख हंडांदे, मस्तक लगे साध रेन वडभाग जिन्हां दे। ਰੱਬ ਦੇ ਪਿਆਰਿਆਂ ਦੀ ਚਰਨ ਧੂੜ ਉਹਨਾਂ ਦੇ ਮੱਥੇ ਤੇ ਲੱਗਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਨੇ। ਆਓ ਸਾਧ ਸੰਗਤ, ਲੜੀਵਾਰ ਸ਼ਬਦ ਜਿਹੜਾ ਹੈ ਬਿਲਾਵਲ ਰਾਗ ਦੇ ਅੰਦਰ ਭਗਤ ਬਾਣੀ ਦੇ ਸ਼ਬਦ ਚੱਲ ਰਹੇ ਨੇ, ਜੋ 856 ਅੰਗ ਤੇ ਕਬੀਰ ਸਾਹਿਬ ਜੀ ਦਾ 57 ਅੰਗ ਤੇ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਆਓ ਸਾਰੇ ਆਪਾਂ ਇਸ ਦੀ ਵਿਚਾਰ ਸਾਂਝੀ ਕਰੀਏ। ਬਿਲਾਵਲ ਸਰੀਰ ਸਰੋਵਰ ਭੀਤਰੇ, ਆਸ਼ੈ ਕਮਲ ਅਨੂਪ। ਪਰਮ ਜੋਤ ਪੁਰਖੋਤਮੋ, ਜਾ ਕੈ ਰੇਖ ਨਾ ਰੂਪ। ਇਸ ਸ਼ਬਦ ਦਾ ਰਹਾਉ ਦਾ ਬੰਦ ਹੈ, ਰੇ ਮਨ ਹਰ ਭਜ ਭ੍ਰਮ ਤਜੋ, ਜਗ ਜੀਵਨ ਰਾਮ। ਇਹ ਮਨ ਹਰ ਭਜ ਭ੍ਰਮ ਤਜੋ। ਹੇ ਮੇਰੇ ਮਨ, ਵਾਹਿਗੁਰੂ ਪਰਮਾਤਮਾ ਨੂੰ ਭਜ, ਵਾਹਿਗੁਰੂ ਪਰਮਾਤਮਾ ਦਾ ਸਿਮਰ ਕਰ। ਭ੍ਰਮ ਤਜੋ, ਦੌੜ ਭੱਜ ਜਿਹੜੀ ਹੈ, ਭਟਕਣਾ ਜਿਹਨੂੰ ਆਪਾਂ ਕਹਿੰਦੇ ਹਾਂ, ਭ੍ਰਮ ਜਿਹੜਾ ਹੈ ਨਾ, ਇਹਨੂੰ ਤਜ ਦਿਓ ਤੇ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰ। ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਭਜ, ਜਿਹੜਾ ਜਗਤ ਦਾ ਜੀਵਨ ਹੈ, ਜਗਤ ਨੂੰ ਜੀਵਨ ਦੇਣ ਵਾਲਾ ਹੈ, ਜਗ ਨੂੰ ਸੰਸਾਰ ਨੂੰ ਆਸਰਾ ਦੇਣ ਵਾਲਾ ਹੈ। ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਭਜ। ਕਿਉਂਕਿ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੋੜ ਤੇ ਅਧਿਕਾਈ। राम सिमर एह तेरे काज है, माया को संग त्याग, प्रभ जू की शरण लाग। महाराज इथे कृपा करते ने, नाम जपना है, भरम छड़ना है। भरम अपने आप नहीं छड़िया जा सकता, ते जदों तक अंदर भरम है बंदा डामा डोल ही रहेगा, टिक नहीं सकता। क्योंकि महाराज ने कृपा की थी ना, डिगन डोला तौ लो जो मन के भरमा। भ्रम काटे गुरु अपने, तो पाए विश्रामा। फोटो आंडा भरम का मने पया प्रगास, काटी बेड़ी पगे ते गुर कीनी बंद खलास। भरम की माधवे क्या कहिए ऐसा, जैसा मानिए होए न तैसा। गुरु अर्जन देव जी महाराज के बचन ने, छोड़ जाहे से करे पराल, काम न आवे से जंजाल, संग न चाले तिन सो हीत, जो बैराई सोई मीत। ऐसे भरम भुले संसारा, जन्म पदार्थ खोए गुवारा। भटकना आज दौड़। महाराज कृपा करते ने, वाहिगुरु दा सिमरन करो ते माया वाली दौड़ जिहड़ी है, जिहड़ी संसारिक भटकना है, इनू अपने जीवन दे अंदर छड़ के, जिहड़ा जगत नू जीवन देन वाला, आसरा देन वाला वाहिगुरू परमात्मा है, उस दा सिमरन करो। रे मन हर भज, शरीर सरोवर भीतरे, आशय कमल अनूप। आ जिहड़ा शरीर सरोवर है ना, इस विच ही ओ वाहिगुरू परमात्मा जिहड़ा परखोतम है, पुरखां विचों उत्तम पुरख है, परखोतम है,
ਉਹ ਵਾਹਿਗੁਰੂ ਪਰਮਾਤਮਾ ਇਸ ਸਰੀਰ ਸਰੋਵਰ ਦੇ ਅੰਦਰ ਹੀ ਹੈ, ਜਿਸ ਦੀ ਕਿਰਪਾ ਨਾਲ ਇਹ ਹਿਰਦਾ ਕਮਲ ਅਨੂਪ ਸੁੰਦਰ ਬਣਿਆ ਹੋਇਆ, ਖਿੜਿਆ ਹੋਇਆ। ਕਿਉਂਕਿ ਆਪਾਂ ਰੋਜ਼ ਪੜ੍ਹਦੇ ਹਾਂ, ਬੰਦੇ ਦੀ ਨਿਸ਼ਾਨੀ ਬੁਝੇ ਤੇ ਖਿੜੇ ਦੀ ਕੀ ਆ। ਕਈ ਵਾਰੀ ਕਈ ਬੰਦੇ ਬੁਝੇ ਬੁਝੇ ਰਹਿੰਦੇ ਨੇ, ਉਹਨਾਂ ਦੇ ਚਿਹਰੇ ਤੇ ਖੇੜਾ ਹੀ ਕੋਈ ਨਹੀਂ ਹੁੰਦਾ। ਤੇ ਆਪਾਂ ਪੁੱਛ ਲਈਏ ਕਈ ਵਾਰੀ, ਕੀ ਗੱਲ, ਕੋਈ ਮਨ ਵਿੱਚ ਉਦਾਸੀ? ਤੇ ਬੰਦਾ ਫੁੱਟ ਹੀ ਪੈਂਦਾ, ਕਹਿ ਦਿੰਦਾ ਵੀ ਆ ਉਦਾਸੀ, ਇਸੇ ਕਰਕੇ ਚਿਹਰੇ ਤੇ ਵੀ ਉਦਾਸੀ। ਜੇ ਅੰਦਰ ਖੇੜਾ ਹੈ ਤੇ ਫਿਰ ਸਾਧ ਸੰਗਤ ਬਾਹਰ ਵੀ ਖੇੜਾ ਹੋਏਗਾ। ਆ ਕਈ ਵਾਰ ਤੁਹਾਨੂੰ ਬਹੁਤ ਸਾਰੇ ਬੰਦੇ ਕਰੁੱਜੇ ਨਜ਼ਰ ਆਣਗੇ, ਕਈ ਵਾਰੀ ਬਹੁਤ ਸਾਰੇ ਖੁਸ਼ ਨਜ਼ਰ ਆਣਗੇ। ਹੁਣ ਮਹਾਰਾਜ ਦੇ ਬਚਨ ਨੇ, ਨਾਨਕ ਭਗਤਾ ਸਦਾ ਵਿਗਾਸ, ਸੁਨੈ ਦੁਖ ਪਾਪ ਕਾ ਨਾਸ। ਭਗਤ ਹਮੇਸ਼ਾ ਹੀ ਖਿੜੇ ਰਹਿੰਦੇ ਨੇ, ਖੇੜੇ ਵਿੱਚ ਰਹਿੰਦੇ ਨੇ, ਖੁਸ਼ ਰਹਿੰਦੇ ਨੇ। ਕਿਉਂ? ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ। ਜਿਹੜੇ ਰੱਬ ਦੇ ਪਿਆਰੇ ਨੇ ਉਹ ਅੰਦਰ ਬੈਠੇ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਨੇ। ਇਹ ਸਰੀਰ ਇੱਕ ਸਰੋਵਰ, ਇਸ ਸਰੋਵਰ ਦੇ ਅੰਦਰ ਉਸ ਪਰਮ ਪੁਰਖ ਵਾਹਿਗੁਰੂ ਪਰਮਾਤਮਾ ਦਾ ਵਾਸ ਹੈ। ਤੇ ਉਹ ਜਿਹੜਾ ਪਰਮ ਜੋਤ ਦਾ ਮਾਲਕ ਵਾਹਿਗੁਰੂ ਪਰਮਾਤਮਾ ਹੈ, ਪਰਮ ਜੋਤ ਪੁਰਖੋਤਮੋ, ਜਾ ਕੈ ਰੇਖ ਨਾ ਰੂਪ। ਉਸ ਦੀ ਜੋਤ ਦਾ ਕੋਈ ਰੂਪ ਰੰਗ ਆਕਾਰ ਨਹੀਂ। ਕਿਉਂਕਿ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਉ ਗੁਣ ਤੇ ਪ੍ਰਭਿਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਮਹਾਰਾਜ ਆਖਦੇ ਨੇ, ਜਿਹੜੀ ਉਸ ਵਾਹਿਗੁਰੂ ਪਰਮਾਤਮਾ ਦੀ ਪਰਮ ਜੋਤ ਅੰਦਰ ਹੈ, ਉਸ ਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਰੇਖ ਨਹੀਂ। ਰੇ ਮਨ ਹਰ ਭਜ ਭ੍ਰਮ ਤਜੋ, ਜਗ ਜੀਵਨ ਰਾਮ। ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਰਾਮ ਹੈ, ਉਸ ਵਾਹਿਗੁਰੂ ਪਰਮਾਤਮਾ ਨੂੰ ਹੈ ਮਨ ਭਜ ਸਿਮਰ। ਤੇ ਜਿਹੜੀ ਭਟਕਣਾ ਹੈ, ਭਰਮ ਹੈ, ਇਹਨੂੰ ਤਜੋ ਤੋਂ ਭਾਵ ਛੱਡ ਦੇ। ਰਹਾਉ ਆਵਤ ਕਛੂ ਨਾ ਦੀਸਈ, ਨਹਿ ਦੀਸੈ ਜਾਤ। ਜਿਹੜੀ ਇਹ ਜੋਤ ਹੈ, ਨਾ ਆਂਦਿਆਂ ਨਜ਼ਰ ਆਂਦੀ, ਜਦੋਂ ਬੰਦਾ ਸੰਸਾਰ ਵਿੱਚ ਆਂਦਾ, ਨਾ ਜਾਂਦਿਆਂ ਨਜ਼ਰ ਆਂਦੀ। ਮਹਾਰਾਜ ਆਖਦੇ ਨੇ, ਆਂਦਿਆਂ ਦਿਸਦੀ ਨਹੀਂ, ਜਾਂਦਿਆਂ ਵੀ ਦਿਸਦੀ ਨਹੀਂ। ਜਹ ਉਪਜੈ ਬਿਨ ਸੈ ਤਹੀ, ਜੈਸੇ ਪੁਰਵਨ ਪਾਤ। ਹਾਂ, ਜਿੱਥੋਂ ਇਹ ਪੈਦਾ ਹੋਈ ਉਸੇ ਵਿੱਚ ਹੀ ਸਮਾ ਗਈ। ਉਦਾਹਰਨ ਦਿੱਤੀ, ਜਿਵੇਂ ਚੁਪੱਤੀ ਪਾਣੀ ਦੇ ਵਿੱਚ ਹੀ ਪੈਦਾ ਹੁੰਦੀ ਹੈ ਤੇ ਪਾਣੀ ਵਿੱਚ ਹੀ ਖਤਮ ਹੋ ਜਾਂਦੀ, ਇਸੇ ਤਰ੍ਹਾਂ ਇਹ ਜਿਹੜੀ ਪਰਮ ਪੁਰਖ ਦੀ ਜੋਤ ਹੈ, ਇਹ ਨਾ ਆਂਦਿਆਂ ਨਜ਼ਰ ਆਂਦੀ ਹੈ, ਨਾ ਜਾਂਦਿਆਂ ਨਜ਼ਰ ਆਂਦੀ। ਜੰਮਦਿਆਂ ਵੀ ਇਹ ਜੋਤ ਨਜ਼ਰ ਨਹੀਂ ਆਂਦੀ, ਤੇ ਜਦੋਂ ਮਰਦਾ ਬੰਦਾ ਉਸ ਵੇਲੇ ਵੀ ਇਹ ਜੋਤ ਨਜ਼ਰ ਨਹੀਂ ਆਂਦੀ। ਮਿਥਿਆ ਕਰ ਮਾਇਆ ਤਜੀ, ਸੁਖ ਸਹਿਜ ਵਿਚਾਰ। ਜਿਹੜੇ ਸੁਖ ਦੇ ਭਾਵ ਸਹਿਜ ਦੇ ਸੁਖ ਦੀ ਵਿਚਾਰ ਕਰਦੇ ਨੇ, ਜਿਨ੍ਹਾਂ ਨੂੰ ਸਹਿਜ ਪ੍ਰਾਪਤ ਹੋਇਆ, ਜਿਹੜਾ ਉਸ ਨਾਲ ਸੁਖ ਮਿਲਿਆ, ਉਸ ਸੁਖ ਦੀ ਜਿਹੜੇ ਵਿਚਾਰ ਕਰਦੇ ਨੇ, ਉਹ ਮਿਥਿਆ ਮਾਇਆ, ਝੂਠੀ ਮਾਇਆ ਦੀ ਜਿਹੜੀ ਹੈ ਨਾ ਦੌੜ ਭੱਜ, ਇਹਨੂੰ ਛੱਡ ਦਿੰਦੇ ਨੇ। ਭਗਤ ਜੀ ਕਿਰਪਾ ਕਰ ਰਹੇ ਨੇ, ਮਿਥਿਆ ਕਰ ਮਾਇਆ ਤਜੀ, ਸੁਖ ਸਹਿਜ ਵਿਚਾਰ। ਜਿਨ੍ਹਾਂ ਨੇ ਸਹਿਜ ਦੇ ਸੁਖ ਦੀ ਵਿਚਾਰ ਕੀਤੀ, ਉਹਨਾਂ ਨੇ ਮਾਇਆ ਜਿਹੜੀ ਹੈ ਝੂਠੀ ਜਾਣ ਕੇ ਇਹਨੂੰ ਤਜ ਦਿੱਤਾ। ਕਹਿ ਕਬੀਰ ਸੇਵਾ ਕਰੋ, ਮਨ ਮੰਜ ਮੁਰਾਰ। ਫਿਰ ਮਹਾਰਾਜ ਕਬੀਰ ਸਾਹਿਬ ਜੀ ਪ੍ਰੇਰਣਾ ਕਰ ਰਹੇ ਨੇ ਕਿ ਉਸ ਵਾਹਿਗੁਰੂ ਪਰਮਾਤਮਾ ਦੀ ਸੇਵਾ ਕਰੋ, ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰੋ, ਜਿਹੜਾ ਇੰਨੇ ਸੁਖ ਦੇਣ ਵਾਲਾ ਹੈ, ਖੇੜਾ ਦੇਣ ਵਾਲਾ ਹੈ। ਤੇ ਉਸ ਮਾਇਆ ਦੀ ਤਿਆਗ ਕਰੋ ਜਿਹੜੀ ਭਟਕਣਾ ਵਿੱਚ ਪਾਉਂਦੀ ਹੈ। ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ, ਅਖੀਰ ਵਿੱਚ ਜਿਹੜਾ ਤੇਰੇ ਅੰਦਰ ਬੈਠਾ ਹੈ ਨਾ, ਅੰਤਰ ਆਤਮੇ, ਉਸ ਨਾਲ ਜੁੜ ਜਾ, ਜੀਵਨ ਦੇ ਅੰਦਰ ਸੁਖ ਪ੍ਰਾਪਤ ਹੋਵੇਗਾ। ਕਿਉਂਕਿ ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ,
ਮਾਇਆ ਦੇ ਪਦਾਰਥਾਂ ਵਿੱਚ, ਮਾਇਆ ਦੀ ਦੌੜ ਭੱਜ ਵਿੱਚ, ਭਟਕਣਾ ਵਿੱਚ ਸੁਖ ਨਹੀਂ। ਕੇਵਲ ਤੇ ਸੁਖ ਹੈ ਉਸ ਵਾਹਿਗੁਰੂ ਪਰਮਾਤਮਾ ਦੇ ਸਿਮਰਨ ਨਾਲ, ਤੇ ਸਿਮਰਨ ਉਸ ਦਾ ਕਰਨਾ ਹੈ ਜਿਹੜਾ ਸਾਡੇ ਅੰਦਰ ਬੈਠਾ ਹੋਇਆ ਹੈ, ਜਿਹੜਾ ਕਿਤੇ ਬਾਹਰ ਨਹੀਂ, ਜਿਸ ਬਾਰੇ ਆਪਾਂ ਪੜ੍ਹਦੇ ਹਾਂ, ਤੂੰ ਸਭਨੀ ਥਾਈ ਜਿੱਥੇ ਆਉ ਜਾਈ, ਸਾਚਾ ਸਿਰਜਨ ਹਾਰ ਜਿਉ, ਜੈ ਜੈ ਪੇਖੋ ਤੈ ਹਜ਼ੂਰ, ਦੂਰ ਕਤਹੁ ਨਾ ਜਾਈ, ਰਵ ਰਿਆ ਸਰਬਤਰ ਮੈਂ ਮਨ ਸਦਾ ਧਿਆਈ। ਇੱਥੇ ਮਹਾਰਾਜ ਨੇ ਸਾਨੂੰ ਸਾਧ ਸੰਗਤ ਦੁਨਿਆਵੀ ਕੰਮਾਂ ਦੇ ਨਾਲ, ਦੁਨਿਆਵੀ ਮਾਇਆ ਦੀ ਵਰਤੋਂ ਦੇ ਨਾਲ ਉਹ ਦਾਤਾਂ ਦੇਣ ਵਾਲੇ ਦਾਤੇ ਦੇ ਨਾਲ ਵੀ ਜੁੜਨ ਦੀ ਪ੍ਰੇਰਨਾ ਕੀਤੀ ਹੈ। ਜੀਵਨ ਦੇ ਅੰਦਰ ਸਿਮਰਨ ਕਰਦਿਆਂ ਜੀਵਨ ਗੁਜ਼ਾਰਾਂਗੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਵੇਗੀ ਜੀ। ਇੰਨੇ ਕੁ ਬਚਨ ਪਾਵਨ ਸ਼ਬਦਾਂ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਫਤਿਹ ਬੁਲਾਂਦਾ, ਭੁੱਲਾ ਚੁੱਕਾਂ ਦੀ ਖਿਮਾ। ਆਓ ਅਖੀਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਮਿਥਿਆ ਕਰ ਮਾਇਆ ਤਜੀ, ਸੁਖ ਸਹਿਜ ਵਿਚਾਰ, ਕਹਿ ਕਬੀਰ ਸੇਵਾ ਕਰੋ, ਮਨ ਮੰਜ ਮੁਰਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।